ਅਗਲੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਤਸਵੀਰ ਆ ਉਹਦੇ ਕੋਲ ਕੁਝ ਲੁਕਵੇਂ ਰਾਜ਼ ਵੀ ਕੋਈ ਸਾਹਮਣੇ ਆਏ ਨੇ ਜੀ। ਦੇਖੋ, ਇਹ ਅਜੇ ਬਹੁਤ ਕੁਝ ਰਾਜ ਖੁੱਲ੍ਹਣਾ ਹੈ। ਇੱਕ ਰਾਜ ਤਾਂ ਹੁੰਦਾ ਕਿ ਤੁਸੀਂ ਪਰਦਾ ਹਟਾਇਆ ਉਹ ਤਸਵੀਰ ਤੋਂ, ਉਹਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਦੇਗੀ। ਉਹ ਪਰਦਾ ਹਟਾਉਣ ਨਾਲ ਤਾਂ ਇੱਕ ਰਾਜ ਤਾਂ ਸਪਸ਼ਟ ਹੁੰਦਾ ਹੈ ਜੀ। ਪਰ ਕੁਝ ਰਾਜ ਕੀ ਉਸ ਤਸਵੀਰ ਦੇ ਪਿੱਛੇ ਵੀ ਨੇ। ਠੀਕ ਹੈ ਜੀ। ਜਿਵੇਂ ਕਿ ਜਦੋਂ ਮੋਗੇ ਦੇ ਵਿੱਚ ਰੈਲੀ ਸੀ, ਮਤਲਬ ਕਿ ਅਮਿਤ ਸ਼ਾਹ ਆਏ ਸੀ, ਉਸ ਸਮੇਂ ਉੱਥੇ ਇੱਕ ਸਭ ਤੋਂ ਵੱਡਾ ਜੇ ਕੋਈ ਪੈਨਲ ਪੋਸਟਰ ਤੇ ਕੱਟ ਆਊਟ ਸੀਗਾ, ਕਿਸੇ ਦੀ ਫੋਟੋ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਸੀ ਜੀ। ਪਰ ਸ਼ਾਇਦ ਤਦ ਕਿਸੇ ਨੇ ਉਸ ਨੂੰ ਉਵੇਂ ਗੰਭੀਰਤਾ ਨਾ ਲਿਆ ਹੋਵੇ ਜੋ ਹੁਣ ਇਸ ਤੋਂ ਲਿਆ ਕਿ ਹੁਣ ਦਫ਼ਤਰ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦਾ ਆ ਜਾਣਾ। ਬੀਜੇਪੀ ਦੇ ਦਫ਼ਤਰ ਦੇ ਵਿੱਚ ਇਸ ਫੋਟੋ ਦਾ ਹੋਣਾ। ਵੈਸੇ ਮੈਨੂੰ ਅਜੇ ਇੰਤਜ਼ਾਰ ਹੈ, ਮੈਂ ਦੇਖਣਾ ਚਾਹਾਂਗਾ ਆਉਂਦੇ ਦਿਨਾਂ ਦੇ ਵਿੱਚ ਕਿ ਉਹ ਫੋਟੋ ਜਦੋਂ ਉਦਘਾਟਨ ਕੀਤਾ ਗਿਆ, ਉਹ ਤੋਂ ਪਰਦਾ ਹਟਾਇਆ ਗਿਆ ਤਾਂ ਉਹਦੇ ਆਲੇ ਦੁਆਲੇ ਦੋ ਫੋਟੋਆਂ ਸੀਗੀਆਂ, ਜਿਨ੍ਹਾਂ 'ਚ ਇੱਕ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਵੀ ਹੈ ਜੀ। ਇਹ ਫੋਟੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹਨਾਂ ਨੇ ਕੇਵਲ ਢਿੱਲੋਂ ਜਿਹੜੇ ਪ੍ਰਧਾਨ ਬਣੇ ਨੇ ਉਹਨਾਂ ਦੀ ਕੁਰਸੀ ਦੇ ਪਿੱਛੇ ਲਾਈ ਹੈ। ਮਤਲਬ ਕੇਵਲ ਢਿੱਲੋਂ ਇਹ ਸੰਕੇਤ ਦੇ ਰਹੇ ਨੇ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਦਰਸ਼ਾਂ ਤੇ ਤੁਰੂੰਗਾ, ਦੇਖੋ ਮੈਨੂੰ ਆਸ਼ੀਰਵਾਦ ਇਹਨਾਂ ਦਾ, ਮੈਂ ਇਹਨਾਂ ਦੀ ਫੋਟੋ ਆਪਣੇ ਸਿਰ ਤੇ ਲਾ ਰਿਹਾ। ਠੀਕ ਹੈ। ਪਰ ਉਹ ਆਲੇ ਦੁਆਲੇ ਲੱਗੀਆਂ ਫੋਟੋਆਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਤੋਂ ਛੋਟੀਆਂ ਨੇ। ਫੋਟੋਆਂ ਦਾ ਚਾਹੇ ਜਿੱਡੀਆਂ ਮਰਜ਼ੀ ਬੜੀਆਂ ਕਰ ਲਓ, ਮੋਦੀ ਹੋਰਾਂ ਦੀਆਂ, ਰਹਿਣਾ ਤਾਂ ਛੋਟਾ ਹੀ ਆ ਉਹਨਾਂ ਨੇ। ਪਰ ਆਪਾਂ ਹੁਣ ਜੇ ਗੱਲ kariye ਤਾਂ ਕੀ ਬੀਜੇਪੀ ਨੂੰ ਇਹ ਹਜਮ ਹੋ ਜਾਊਗਾ ਜੀ? ਕੀ ਭਾਜਪਾ ਨੂੰ ਇਹ ਮਨਜ਼ੂਰ ਹੋਏਗਾ? ਜੇ ਤਾਂ ਇਹ ਫੈਸਲਾ ਕੇਵਲ ਢਿੱਲੋਂ ਦੇ ਪੱਧਰ ਤੇ ਹੋਇਆ ਕਿ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਉਣੀ ਹੈ ਤੇ ਆਹ ਵੱਡੀ ਲਾ ਦਿਓ, ਇਹ ਤਾਂ ਆਉਂਦੇ ਦਿਨਾਂ 'ਚ ਫੋਟੋ ਦਾ ਕੱਦ ਛੋਟਾ ਹੁੰਦਾ ਦੇਖਿਓ। ਠੀਕ ਹੈ। ਇਹ ਤਾਂ ਉਹਦਾ ਫਰੇਮ ਛੋਟਾ ਹੁੰਦਾ ਦੇਖਿਓ। ਤੇ ਜੇ ਬੀਜੇਪੀ ਦੀ ਸਟ੍ਰੈਟਜੀ ਦਾ ਹਿੱਸਾ ਹੋਇਆ ਫਿਰ ਇਹ ਫੋਟੋ ਬਰਕਰਾਰ ਰਹੂਗੀ। ਇਹੀ ਫੋਟੋ ਦੇ ਪਿੱਛੇ ਦੇ ਰਾਜ ਨੇ। ਰਾਜ ਦੇਖੋ ਕੀ ਹੈ, ਮਤਲਬ ਭਾਜਪਾ ਸਰਕਾਰ ਬਣਾਉਣਾ ਚਾਹੁੰਦੀ ਹੈ ਪੰਜਾਬ 'ਚ ਜੀ, ਤੇ ਜੇ ਆਦਰਸ਼ ਰੱਖ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਫਿਰ ਉਹਦੇ ਅਰਥ ਕੀ ਨੇ? ਖਾਲਸਾ ਰਾਜ, ਸਿੱਖ ਰਾਜ। ਸਹੀ ਹੈ। ਮਤਲਬ ਪੰਜਾਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਨਾ, ਸਰਬੱਤ ਦੇ ਭਲੇ ਦੀ ਅਰਜ਼ੋਈ ਕਰਨ ਵਾਲੇ ਆ ਅਸੀਂ। ਉਸ ਸਾਰਿਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਹੁਤ ਆਦਰਸ਼ਵਾਦੀ ਫਿੱਟ ਹੁੰਦੇ ਨੇ ਕਿ ਜੇ ਉਹ ਖੁਦ ਸਿੱਖ ਚਿਹਰਾ ਸੀ ਤਾਂ ਉਹਨਾਂ ਦੇ ਜਰਨੈਲ, ਉਹਨਾਂ ਦੇ ਸੈਨਾਪਤੀ, ਉਹਨਾਂ ਦੇ ਫੌਜ ਮੁਖੀ, ਉਹਨਾਂ ਦੇ ਮੰਤਰੀ, ਉਹਨਾਂ ਦੇ ਵਿੱਚ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਸਿੱਖ ਵੀ ਸੀ, ਸਾਰੇ ਸੀਗੇ। ਬਿਲਕੁਲ ਸਹੀ ਹੈ। ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਤੇ ਹਿੰਦੂ ਉਹਨਾਂ ਦੇ ਸਾਰਾ ਕੁਝ ਰਹੇ ਨੇ। ਸੋ ਇਸ ਲਈ ਫਿਰ ਉਹਨਾਂ ਲਈ ਇਹ ਜਿਹੜਾ ਅਸੀਂ ਪੜ੍ਹਦੇ ਲਿਖਦੇ ਆਏ ਆ ਕਿ ਵੀ ਹਰੇਕ ਨੂੰ ਇੱਕ ਨਜ਼ਰੀਏ ਨਾਲ ਦੇਖਣਾ, ਸਾਰੇ ਲਈ ਇਨਸਾਫ ਕਰਨਾ, ਫਿਰ ਉਸ ਨਜ਼ਰੀਏ ਤੋਂ ਇਹਨੂੰ ਪਹਿਲੇ ਸਿੱਖ ਰਾਜ ਵਜੋਂ, ਖਾਲਸਾ ਰਾਜ ਵਜੋਂ ਵੇਖਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੇ ਨੂੰ। ਬਿਲਕੁਲ। ਤੇ ਕੀ ਬੀਜੇਪੀ ਇਹ ਸੰਕੇਤ ਦੇ ਰਹੀ ਹੈ ਪੰਜਾਬ ਵਾਲਿਆਂ ਨੂੰ ਕਿ ਸਰਕਾਰ ਸਾਡੀ ਬਣਾ ਦਿਓ ਪਰ ਰਾਜ ਅਸੀਂ ਖਾਲਸਾ ਰਾਜ ਰੱਖਾਂਗੇ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕੀ ਭਰਮਾਉਣ ਦੀ ਕੋਸ਼ਿਸ਼? ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਰਾਮ ਰਾਜ ਦਾ ਰਾਗ ਅਲਾਪ ਕੇ ਆਉਂਦੇ ਨੇ। ਕੀ ਰਾਮ ਰਾਜ ਲਾਗੂ ਕਰਤਾ? ਸਹੀ ਗੱਲ ਹੈ। ਤੇ ਫਿਰ ਰਾਮ ਰਾਜ ਦਾ ਜ਼ਿਕਰ ਤੁਸੀਂ ਇੱਥੇ ਲਿਆ ਕੇ ਕਿਉਂ ਨਹੀਂ ਕਰ ਪਾਏ? ਕਿਉਂ ਬਈ? ਉਹ ਜਿਵੇਂ ਸੁਨੀਲ ਜਾਖੜ ਕਹਿੰਦਾ ਸੀ ਨਾ ਕਿ ਪੰਜਾਬ ਦਾ ਇਤਰਾਜ਼ ਨੀਗਾ ਕਿ ਜੇ ਮੈਨੂੰ ਬਣਾ ਦਿੰਦੇ ਜੀ ਤਾਂ ਮੇਰੀ ਪਾਰਟੀ ਦੇ ਲੀਡਰਾਂ ਨੇ ਮੇਰੇ ਨਾਲ ਧੋਖਾ ਕੀਤਾ। ਸਹੀ ਆ। ਤੇ ਰਾਮ ਜੀ ਦੇ ਖਿਲਾਫ ਤਾਂ ਕਿਸੇ ਨੂੰ ਕੋਈ ਉਹ ਨੀਗਾ, ਕੋਈ ਇਤਰਾਜ਼ ਨਹੀਂ। ਸਹੀ ਤੁਸੀਂ ਗੱਲ ਕਿਉਂ ਨਹੀਂ ਕਰ ਸਕੇ ਰਾਮ ਰਾਜ ਦੀ? ਤੁਹਾਡੇ ਅੰਦਰ ਕੁਝ ਡਰ ਪਿਆ। ਸਹੀ ਆ। ਕੋਈ ਆਪਣਾ ਚੋਰ ਹੈ। ਤੇ ਜੇ ਤੁਸੀਂ ਪੰਜਾਬ 'ਚ ਸੱਤਾ ਹਾਸਲ ਕਰਨ ਲਈ ਰਾਮ ਜੀ ਨੂੰ ਛੱਡ ਸਕਦੇ ਹੋ ਤੇ ਫਿਰ ਕਿਵੇਂ ਗਰੰਟੀ ਕਰ ਲਈ ਕੱਲ ਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵੀ ਸਾਨੂੰ ਦੇ ਦੋਗੇ ਸੱਤਾ ਹਾਸਲ ਕਰਕੇ? ਬਿਲਕੁਲ ਕੋਈ ਗਰੰਟੀ ਨਹੀਂ। ਯਕੀਨ ਕਿਵੇਂ ਕਰੀਏ ਤੁਹਾਡੇ ਤੇ? ਯਕੀਨ ਹੀ ਤਾਂ ਔਖਾ ਹੈ। ਇਹੀ ਤਾਂ ਸਵਾਲ ਹੈ। ਪਰ ਇਹ ਸਿਰਫ ਸਿੰਬਲ ਵਰਤਣਾ ਚਾਹੁੰਦੇ ਨੇ ਜੀ? ਸਹੀ ਹੈ। ਕੀ ਇਹ ਨਰੇਟਿਵ ਸਿਰਜਣਾ ਚਾਹੁੰਦੇ ਨੇ ਜਾਂ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਸਰਕਾਰ ਸਾਡੀ ਹੋਊਗੀ, ਮੁੱਖ ਮੰਤਰੀ ਅਸੀਂ ਤੁਹਾਡੇ ਚੋਂ ਬਣਾਵਾਂਗੇ? ਸਹੀ ਹੈ। ਕੀ ਇਹ ਕਹਿਣਾ ਚਾਹੁੰਦੇ ਨੇ ਕਿ ਇਹਦੇ ਰਾਹੀਂ ਖੁਸ਼ ਕਰਨ ਦੀ ਕਵਾਇਦ ਹੈ ਤੇ ਬਾਕੀਆਂ ਨੂੰ ਸਾਰਿਆਂ ਨੂੰ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਜਿਹੜੇ ਮੰਤਰੀ ਸੰਤਰੀ ਸੀ ਉਵੇਂ ਸਾਰਿਆਂ ਚੋਂ ਬਣਾ ਦਾਂਗੇ? ਇਸ ਲਈ ਅਜੇ ਬਹੁਤ ਰਾਜ ਖੁੱਲਣੇ ਨੇ। ਆਉਂਦੇ ਦਿਨਾਂ 'ਚ ਤਸਵੀਰ ਦਾ ਕੱਦ ਇਹੋ ਰਹਿੰਦਾ ਕਿ ਛੋਟਾ ਹੁੰਦਾ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਇਹ ਸਿਰਫ ਨਰੇਟਿਵ ਵਜੋਂ ਵਰਤਣਗੇ, ਸਿੰਬਲ ਵਜੋਂ ਵਰਤਣਗੇ ਕਿ ਉਸ ਰਾਹ ਤੇ ਚੱਲਣ ਦੇ ਲਈ ਕੋਈ ਨੀਤੀ ਵੀ ਲੈ ਕੇ ਆਉਣਗੇ, ਕੋਈ ਰੋਡ ਮੈਪ ਲੈ ਕੇ ਆਉਣਗੇ, ਫਿਰ ਤਦ ਦੀ ਗੱਲ ਤਦ ਕਰਾਂਗੇ। ਸਹੀ ਹੈ। ਬਿਲਕੁਲ ਜੀ।